ਅੰਕੜਿਆਂ ਦਾ ਖੇਡ ਹਮੇਸ਼ਾ ਹੀ ਹੁੰਦਾ, ਬਜਟ ਤੋਂ ਲੈ ਕੇ ਮੌਤਾਂ ਤੱਕ। ਸਭ ਤੋਂ ਵੱਡਾ ਅੰਕੜਿਆਂ ਦਾ ਖੇਡ ਬਜਟ 'ਚ ਹੁੰਦਾ। ਬਜਟ 'ਚ ਸਭ ਤੋਂ, ਚਾਹੇ ਸੂਬਾ ਸਰਕਾਰਾਂ ਨੇ ਚਾਹੇ ਸੈਂਟਰ ਗੌਰਮੈਂਟ, ਸਾਰਾ ਅੰਕੜਿਆਂ ਦਾ ਖੇਡ ਆ। ਉਹ ਬਜਟ ਆ ਜਿਹੜਾ ਉਹ ਅੰਕੜਿਆਂ ਦੀ ਖੇਡ ਆ। ਔਰ ਸਾਡਾ ਇਕਨੋਮਿਕ ਸਿਸਟਮ ਐ ਬਣਾਇਆ ਗਿਆ, ਇੱਕ ਪਾਸੇ ਕਹਿੰਦੇ ਸਾਡੀ GDP ਵਧ ਰਹੀ ਹੈ, GDP ਵਧ ਰਹੀ ਹੈ, ਦੂਜੇ ਪਾਸੇ ਗਰੀਬੀ ਕਿਉਂ ਵਧ ਰਹੀ ਹੈਗੀ? ਬਈ ਤੁਹਾਡੀ ਇਕਨੋਮਿਕਸ ਦਾ ਕੋਈ ਲੋਕਾਂ ਨਾਲ ਰਿਲੇਸ਼ਨ ਹੈਗਾ ਜਾਂ ਨਹੀਂ ਹੈਗਾ? ਇਕਨੋਮਿਕਸ ਕਿਸ ਲਈ ਹੁੰਦੀ ਹੈ? ਤੁਹਾਡੇ ਲਈ, ਮੇਰੇ ਲਈ ਵੀ ਹੈ ਨਾ। ਜੇ ਤੁਹਾਡੀ ਆਰਥਿਕਤਾ ਦਾ GDP ਦੇਸ਼ ਦੀ ਵਧੀ ਜਾਂਦੀ ਹੈ, ਯਾਨੀ ਉਹ ਅੰਬਾਨੀ ਅਡਾਨੀ ਦੀ GDP ਸਾਰੀ ਅਮਾਊਂਟ ਨੂੰ ਪਾ ਕੇ ਫਿਰ GDP ਵਧਾ ਦਿੰਦੇ ਨੇ, ਲੋਕਾਂ ਦਾ ਵਿਚਾਰਿਆਂ ਦਾ ਗਰੀਬ ਹੋਈ ਜਾਂਦਾ, ਅਮੀਰ ਹੋਈ ਜਾਂਦਾ। ਕੀ ਤੁਹਾਡੀ ਇਕਨੋਮਿਕਸ ਦਾ ਕੋਈ ਇਹ ਸਟੈਂਡਰਡ ਨਹੀਂ ਹੋਊਗਾ ਕਿ ਆਮ ਬੰਦਾ, ਜਿਹਦੇ ਲਈ ਇਹ ਸਾਰਾ ਸਿਸਟਮ ਆ, ਜਿਹਦੇ ਲਈ ਸਭ ਕੁਝ ਬਣਾਇਆ, ਕਿ ਆਮ ਬੰਦੇ ਦਾ ਕੋਈ ਉਹਦੇ 'ਚ ਰਾਖੀ ਹੋਊ? GDP ਤੁਸੀਂ ਵਧਾਈ ਜਾਓਗੇ, ਸਿਸਟਮ ਤੁਹਾਡਾ ਵਧੀਆ ਹੋਊਗਾ। ਇਹ ਹਾਲ ਇਸ ਕਰਕੇ ਇਹੀ ਹੈਗਾ ਕਿ ਅੰਕੜਿਆਂ ਦਾ ਖੇਡ ਹਮੇਸ਼ਾ ਹੀ ਹੁੰਦਾ। ਹੁਣ ਮੌਤਾਂ 'ਚ ਹੋ ਰਿਹਾ, ਪਹਿਲਾਂ ਉਵੇਂ ਹੋ ਰਿਹਾ ਸੀ। ਚਾਹੀਦਾ ਹੀ ਹੈ ਗਗਨ, ਆਪਾਂ ਗੱਲ ਜਿਹੜੀ ਐਂਡ ਆਫ ਦੀ ਉਹ ਹੈਗਾ ਕਿ ਇਮਾਨਦਾਰੀ ਦੇ ਨਾਲ ਘੱਟੋ ਘੱਟ ਅਜਿਹੀਆਂ ਜਿਹੀਆਂ ਮਹਾਮਾਰੀਆਂ 'ਚ, ਇਹੋ ਜਿਹੀਆਂ ਤਰਾਸਦੀਆਂ 'ਚ ਤੇ ਇਮਾਨਦਾਰ ਹੋਣਾ ਚਾਹੀਦਾ। ਪੋਲੀਟੀਕਲ ਕਲਾਸ ਨੂੰ ਪਹਿਲਾਂ ਗਲਤੀ ਹੋ ਵੀ ਗਈ, ਆ ਕੇ ਇਮਾਨਦਾਰੀ ਨਾਲ ਕਹਿ ਦਿਓ, ਉਦੋਂ ਬਾਅਦ ਘੱਟੋ ਘੱਟ ਇਮਾਨਦਾਰੀ ਨਾਲ ਕੰਮ ਕਰ ਲਓ। ਇਹ ਨਾ ਹੋਵੇ ਕਿ ਹੁਣ ਆਕਸੀਜਨ ਵਾਲੇ ਸਿਲੰਡਰਾਂ 'ਚ ਵੀ ਕੱਟ ਰੱਖੇ ਹੋਣ। ਇੰਨੀ ਜ਼ਿਆਦਾ ਬੇੜਾ ਗਰਕ ਹੋਇਆ ਸਿਸਟਮ ਦਾ, ਮਤਲਬ ਆਪਾਂ ਬਹੁਤ ਨੇੜਿਓਂ ਜਾਣਦੇ ਹਾਂ ਚੀਜ਼ਾਂ ਨੂੰ। ਸਾਰੇ ਥਾਵਾਂ ਦੇ ਉੱਤੇ ਮਤਲਬ ਤੁਹਾਡੀਆਂ ਕਰਪਸ਼ਨਾਂ ਦੇ ਕੱਟ ਨੇ, ਭ੍ਰਿਸ਼ਟਾਚਾਰ ਇੰਨਾ, ਹਰ ਬੰਦੇ ਦਾ ਫਿਕਸ ਆ, ਆਹ ਅਫਸਰ ਦਾ ਇੰਨਾ ਫਿਕਸ ਆ, ਆਹ ਅਫਸਰ ਦਾ ਇੰਨਾ ਫਿਕਸ ਆ, ਆਹ ਅਫਸਰ ਦੀ ਇੰਨੀ ਪਰਸੈਂਟੇਜ ਫਿਕਸ ਆ, ਥੱਲੋਂ ਲੈ ਕੇ ਉੱਪਰ ਤੱਕ। ਫਿਰ ਬੇੜਾ ਗਰਕ ਹੋਣੀ ਆ ਸਿਸਟਮ ਦਾ, ਇਸੇ ਕਰਕੇ ਬੇੜਾ ਗਰਕ ਹੋ ਰਿਹਾ ਹੈਗਾ। ਮੈਂ ਆਖਰੀ ਤੁਹਾਡੀ ਟਿੱਪਣੀ ਲਊਂਗਾ। ਇੱਕ ਪਾਸੇ ਕੇਂਦਰ ਸਰਕਾਰ ਕਹਿ ਰਹੀ ਅਸੀਂ ਤਾਂ ਦੂਜੇ ਦੇਸ਼ਾਂ ਤੋਂ ਵੈਕਸੀਨ ਦੀ ਮੰਗ ਕਰ ਰਹੇ ਨੇ ਜੀ, ਅਸੀਂ ਦੂਜੇ ਇੰਨੇ ਦੇਸ਼ਾਂ ਨੂੰ ਵੈਕਸੀਨ ਇੰਨੀ ਭੇਜ ਚੁੱਕੇ ਹਾਂ, ਪਰ ਅੱਜ ਤੱਕ ਦਾ ਜਿਹੜਾ ਅੰਕੜਾ ਕਹਿੰਦਾ 14.19% ਲੋਕਾਂ ਨੂੰ ਭਾਰਤ ਦੇ ਵਿੱਚ, ਦੂਜੇ ਦੇਸ਼ਾਂ ਨੂੰ ਅਸੀਂ ਵੈਕਸੀਨ ਭੇਜਣ ਦਾ ਦਾਅਵਾ ਕਰਦੇ ਹਾਂ, ਪਰ ਅੱਜ ਤੱਕ ਭਾਰਤ ਦੇ ਵਿੱਚ 14.19% ਲੋਕਾਂ ਨੂੰ, ਇਹ ਕੇਂਦਰੀ ਸਿਹਤ ਮੰਤਰਾਲਾ ਆਖਦਾ। ਉਹ ਤਾਂ ਪਤਾ ਹੀ ਹੈਗਾ, ਇਹੀ ਗੱਲ ਆ ਨਾ ਵੀ ਤੁਸੀਂ ਸਿਰਫ ਆਪਦੀ ਇੱਕ ਬ੍ਰਾਂਡਿੰਗ ਕਰਨ ਦੇ ਲਈ, ਜਦੋਂ ਭੇਜਣ ਦੀ ਕਹਾਣੀ ਕੀ ਆ ਵੀ ਤੁਸੀਂ ਇੱਕ ਲਾਰਜਰ ਦੈਨ ਲਾਈਫ ਕਿੰਗ ਸਾਈਜ਼, ਜਿਹੜੀ ਮੋਦੀ ਦੀ ਹਮੇਸ਼ਾ ਪੋਲੀਟਿਕਸ ਹੀ ਆ, ਤੁਸੀਂ ਦੂਜੇ ਮੁਲਕਾਂ ਨੂੰ ਜਦੋਂ ਭੇਜ ਰਹੇ ਹੋ, ਇੰਟਰਨੈਸ਼ਨਲ ਮੀਡੀਆ 'ਚੋਂ ਖਬਰ ਛਪ ਰਹੀ ਹੈ, ਨੈਸ਼ਨਲ ਮੀਡੀਆ 'ਚੋਂ ਖਬਰ ਜਾ ਰਹੀ ਹੈ, ਤੁਹਾਨੂੰ ਇਮੇਜ ਵਾਈਜ਼ ਉਹ ਚੀਜ਼ ਵੱਡਾ ਕਰ ਰਹੀ ਹੈ, ਦੇਖੋ ਜੀ ਇਸ ਤਾਂ ਵੈਕਸੀਨ, ਤੁਹਾਡੇ ਆਪਦੇ ਮੁਲਕ ਦਾ ਬੁਰਾ ਹਾਲ ਹੈਗਾ। ਤੇ ਇਸ ਕਰਕੇ ਤਾਂ ਹੈਗੀ ਹੈਗਾ, ਇਕੱਲੇ ਵੈਕਸੀਨ ਦਾ ਰੌਲਾ ਹੀ ਨਹੀਂ, ਬਹੁਤ ਸਾਰੀਆਂ ਗੱਲਾਂ ਦੇ ਉੱਤੇ, ਬਹੁਤ ਸਾਰੇ ਮਸਲਿਆਂ ਦੇ ਉੱਤੇ ਅਸੀਂ ਆਪਣੇ ਬਹੁਤ ਬੁਰੀ ਤਰ੍ਹਾਂ ਐਕਸਪੋਜ਼ ਹੁੰਦੇ ਹਾਂ ਜਦੋਂ ਆਪਣੇ ਤੇ ਗੱਲ ਆਉਂਦੀ ਹੈ ਜੀ। ਤੇ ਇਹ ਸਰਕਾਰ ਤਾਂ ਉਹ ਆ ਜਿਹੜੀ ਸਵਦੇਸ਼ੀ, ਜਿਹੜੀ RSS ਦਾ ਥਾਟ ਕੀ ਹੈਗਾ, ਜਦੋਂ RSS ਨੂੰ ਤੁਸੀਂ ਪੜ੍ਹੋ, ਮਤਲਬ RSS ਤੇ ਕਹਿੰਦੀ ਰਹੀ ਹੈ ਨਾ ਕਿ ਸਵਦੇਸ਼ੀ ਹੀ ਸਭ ਤੋਂ ਵੱਡਾ ਮਸਲਾ। ਮੇਕ ਇਨ ਇੰਡੀਆ ਦਾ ਨਾਅਰਾ ਦਿੱਤਾ, ਕਿੰਨਾ ਮੇਕ ਇਨ ਇੰਡੀਆ ਹੋਇਆ ਸੀ, ਯਾਨੀ ਆਪਦੇ ਪੈਰਾਂ ਤੇ ਖੜਾ ਕਰਨਾ ਇਸ ਮੁਲਕ ਨੂੰ। ਇਹ ਸਰਕਾਰ ਉਹਨਾਂ ਨੂੰ ਤਾਂ ਕਹਿੰਦੀ ਸੀ ਵੀ ਕਾਂਗਰਸੀ ਤਾਂ ਜੀ ਐ ਨੇ, ਕਾਂਗਰਸ ਤਾਂ ਫੋਰਸ ਕਾਂਡ ਤੋਂ ਲੈ ਕੇ ਤਾਂ ਜੀ ਐਂ ਕਰਦੇ ਨੇ, ਦਲਾਲੀਆਂ ਕਰਦੇ ਨੇ। ਤੁਸੀਂ ਵੀ ਰੈਫਲ ਜਿਹੜਾ ਉਹ ਆਇਆ, ਜਹਾਜ਼ ਆਇਆ, ਰਫੇਲ ਕਾਂਡ, ਹੋਰ ਬਥੇਰੀਆਂ ਚੀਜ਼ਾਂ, ਵੀ ਯਾਰ ਤੁਸੀਂ ਤਾਂ ਇਮਾਨਦਾਰੀ ਦੇ ਨਾਲ ਜਿਹੜਾ ਤੁਹਾਡਾ ਥਾਟ ਹੈ, RSS ਦਾ ਥਾਟ ਹੈ, ਇਹ RSS ਦੀ ਥਿਊਰੀ ਪੜ੍ਹੋ ਤੁਸੀਂ, ਗੁਰੂ ਗੋਬਿਲਕਰ ਤੋਂ ਲੈ ਕੇ ਤਮਾਮ ਵੱਡੇ ਉਹਦੇ ਚਿੰਤਕ ਨੇ ਜਿਹੜੇ RSS ਦੇ, ਤੁਸੀਂ ਪੜ੍ਹੋ ਉਹ ਕੀ ਕਹਿ ਰਹੇ ਨੇ। ਜਿਹੜਾ ਉਹਨਾਂ ਦੇ ਬਹੁਤ ਵੱਡੇ ਚਿੰਤਕ ਆ, ਜਿਨ੍ਹਾਂ ਨੇ ਜਿਹੜੀ ਅੰਤੋਦਿਆ ਦੀ ਗੱਲ ਕਰਦੇ ਹੈਗੇ, ਤੇ ਉਹ ਵਾਰ-ਵਾਰ ਇੱਕੋ RSS ਦੇ ਚਿੰਤਕ ਨੇ ਜਿਹੜੇ ਕਹਿੰਦੇ ਆ ਕਿ ਗਰੀਬਾਂ 'ਚੋਂ ਸਭ ਤੋਂ ਗਰੀਬ ਦੀ ਜਾ ਕੇ ਉਂਗਲ ਫੜਦੀਆਂ। ਤੇ ਪ੍ਰੈਕਟਿਸ 'ਚ ਕਿਤੇ ਲੈ ਕੇ ਆਓ ਯਾਰ ਉਸ ਗੱਲ ਨੂੰ। RSS ਲਿਖਦੀ ਰਹੀ ਹੈ ਇਹ ਗੱਲਾਂ। ਇਕਨੋਮਿਕ ਫਰੰਟ ਦੀ ਗੱਲ ਕਰ ਰਹੇ ਹਾਂ, RSS ਦਾ ਧਾਰਮਿਕ ਐਂਗਲ ਕੀ ਆ, ਉਹਨੂੰ ਲੈ ਕੇ ਤਮਾਮ ਤਰ੍ਹਾਂ ਦੇ ਸਵਾਲ ਰਹੇ ਨੇ। RSS ਇਕਨੋਮਿਕ ਮਾਡਲ, RSS ਕੋਲ ਇੱਕ ਸਵਦੇਸ਼ੀ ਦਾ ਮਾਡਲ, ਕਿੱਧਰ ਗਏ ਉਹ ਸਵਦੇਸ਼ੀ ਦੇ ਮਾਡਲ? ਤੇ ਅਸੀਂ ਉਹਦੇ 'ਚ ਬੁਰੀ ਤਰ੍ਹਾਂ ਫੇਲ ਹੋਏ ਹਾਂ। ਤੁਹਾਡੀ ਸਰਕਾਰ ਤਾਂ ਆ ਕੇ ਦਾਅਵਾ ਕਰਦੀ ਸੀ ਨਾ ਕਿ ਅਸੀਂ ਤੇ ਬਹੁਤ ਇਮਾਨਦਾਰੀ ਨਾਲ ਸਾਡਾ ਇੱਕ ਮਾਡਲ ਹੋਊਗਾ। ਤੁਸੀਂ ਉਹੀ ਗਲੋਬਲ ਮਾਡਲ ਜਿਹੜਾ ਆਰਥਿਕਤਾ ਦਾ, ਜਿਹ 'ਚ ਕਹਿ ਦਿੰਦੇ ਹੋ ਕਿਉਂਕਿ ਜੀ ਕਾਂਗਰਸ ਸਮਝੌਤੇ ਕਰ ਗਈ ਸੀ, ਉਹ ਤੇ ਰੱਦ ਵੀ ਕੀਤੇ ਜਾ ਸਕਦੇ। ਜਿਹੜਾ ਗਲੋਬਲ ਮਾਡਲ ਹੈ ਆਰਥਿਕਤਾ ਦਾ, ਜਿਹਦੇ ਸਾਡੇ ਖੇਤੀ ਦਾ ਪੰਗਾ ਪਾਇਆ ਹੋਇਆ, ਹੁਣ ਜਿਹੜੇ ਸਾਡੇ ਬਿੱਲ ਨਵੇਂ ਲਿਆਉਣ ਨੂੰ ਫਿਰਦੇ ਆ ਗਏ, ਜਾਂ ਜਿਹੜਾ ਬਿੱਲ ਤਾਂ ਲਿਆਂਦੇ, ਜਿਹੜੇ ਬਿੱਲਾਂ ਦੇ ਰੱਦ ਕਰਨ ਦੀ ਗੱਲ ਚੱਲ ਰਹੀ ਹੈਗੀ, ਇਹ ਖੇਤੀ ਵਾਲਾ ਮਾਡਲ ਜਿਹੜਾ ਕਿਹਦਾ ਕਾਰਪੋਰੇਟ ਨੂੰ ਹੱਥ ਦੇਣ ਵਾਲਾ, ਇਹ ਉਹੀ ਮਾਡਲ ਆ ਨਾ ਜਿਹਦੇ ਮਾਡਲ ਦੇ ਖਿਲਾਫ RSS ਬੋਲਦੀ ਹੁੰਦੀ ਸੀ, ਗੋਵਿੰਦਾਚਾਰੀਆ ਬੋਲਦੇ ਹੁੰਦੇ ਸੀ, ਤਮਾਮ ਲੋਕ RSS ਦੇ ਕੱਢ ਕੇ ਦੇਖ ਲਓ, ਹੁਣ ਵੀ ਬੋਲਦੇ ਨੇ ਬਥੇਰੇ ਲੋਕ RSS। ਪਰ ਸਰਕਾਰ ਤੁਹਾਡੀ ਆ, ਪ੍ਰਧਾਨ ਮੰਤਰੀ ਤੁਹਾਡੇ ਨੇ, ਉਹ ਮਾਡਲ ਤੁਸੀਂ ਫੋਲੋ ਕਰ ਰਹੇ ਹੋ, ਜਿਹੜੇ ਮਾਡਲ ਦੀ ਤੁਸੀਂ ਆਲੋਚਨਾ ਕਰ ਦਿੰਦੇ ਸੀ। ਕੱਢ ਕੇ ਦੇਖ ਲਓ ਵੀ ਆਲੋਚਨਾ, ਮਤਲਬ ਹਜ਼ਾਰਾਂ ਹੀ ਸਟੇਟਮੈਂਟਾਂ ਤੁਹਾਨੂੰ ਮਿਲ ਜਾਣਗੀਆਂ ਗੂਗਲ ਦੇ ਉੱਤੇ। RSS ਦਾ ਜਿਹੜਾ ਇਕਨੋਮਿਕ ਥਾਟ ਆ, ਔਰ RSS ਕਾਂਗਰਸ ਦੇ ਉਸ ਗਲੋਬਲਾਈਜੇਸ਼ਨ, ਜਿਹਨੂੰ ਸੋ ਕਾਲਡ ਗਲੋਬਲਾਈਜੇਸ਼ਨ ਕਿਹਾ ਜਾਂਦਾ, ਜਿਹਨੂੰ ਸੋ ਕਾਲਡ ਇਹ ਮਾਡਲ ਕਿਹਾ ਜਾਂਦਾ ਨਿਊ ਇਕਨੋਮਿਕ ਪਾਲਿਸੀ ਦਾ, ਨਵੀਆਂ ਆਰਥਿਕ ਨੀਤੀਆਂ, ਰਿਫਾਰਮ ਦਾ ਮਾਡਲ ਮਨਮੋਹਨ ਸਿੰਘ ਜਿਹੜਾ ਲੈ ਕੇ ਆਏ, ਉਹਦੇ ਵਿਰੋਧੀ ਰਹੇ ਨੇ, ਕੱਟੜ ਵਿਰੋਧੀ ਰਹੇ ਨੇ। ਰਿਟੇਲ ਦੇ ਖੇਤਰ 'ਚ FDI ਨਾ ਆਵੇ, ਡਿਫੈਂਸ 'ਚ FDI ਨਾ ਆਵੇ, ਇਹਨਾਂ ਸਟੇਟਮੈਂਟਾਂ ਕੱਢ ਲਓ, ਤੁਹਾਨੂੰ ਵਾਧੂ ਮਿਲ ਜਾਣਗੀਆਂ। ਕਿੱਥੇ ਆਈ ਫਿਰ? ਰਿਟੇਲ 'ਚ ਵੀ FDI ਆ ਗਈ, ਡਿਫੈਂਸ 'ਚ ਵੀ FDI। ਡਿਫੈਂਸ ਸਭ ਤੋਂ ਸੈਂਸਿਟਿਵ ਆ ਸਾਡਾ। ਸਾਡੇ ਮੁਲਕ ਦੇ ਕੋਲ ਕਿੰਨੇ ਸਾਧਨ ਨੇ,
ਅਸੀਂ ਕਿਸੇ ਤੇ ਡਿਪੈਂਡ ਨਾ ਹੋਈਏ ਜੇ ਸਾਡੇ ਤੇ ਕੋਈ ਹਮਲਾ ਕਰਦੇ, ਤੇ ਉਹ ਕਿਤੇ ਡਿਪੈਂਡ ਹੋ ਗਿਆ ਸੀ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਰੂਪ ਦੇ ਅੰਦਰ ਹੋ ਰਹੀਆਂ।